ਹਾਂਜੀ, ਸਵਾਗਤ ਕਰਦੇ ਹਾਂ ਸਟੱਡੀ ਫਾਈਟਰਸ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅਗਲਾ ਟੌਪਿਕ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਨੇ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇਹ ਸਾਰੇ ਜਿਹੜੇ ਟੌਪਿਕ ਨੇ ਇਹ ਕੰਪਲੀਟ ਕਰ ਲਏ ਨੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਸਟੇਟ ਗਵਰਨਮੈਂਟ ਦੇਖਾਂਗੇ। ਇਸ ਤੋਂ ਪਹਿਲਾਂ ਸਟੇਟ ਗਵਰਨਮੈਂਟ ਜਿਹੜੇ ਇਹਦਾ ਇੱਕ ਵਨ ਪਾਰਟ ਹੈ ਜਿਹੜਾ ਉਹ ਆਪਾਂ ਨੇ ਕੱਲ ਦੀ ਕਲਾਸ ਦੇ ਵਿੱਚ ਕਰ ਲਿਆ ਸੀ, ਤੇ ਅੱਜ ਆਪਾਂ ਅਗਲਾ ਜੋ ਇਹਦੇ ਵਿੱਚ ਰਹਿੰਦਾ ਹੈਗਾ ਉਹ ਵੇਖਣਾ ਹੈਗਾ। ਇਹਦੇ ਵਿੱਚ ਆਪਾਂ MLA ਤੇ ਰਾਜਪਾਲ ਬਾਰੇ ਆਪਾਂ ਇਹਦੇ ਵਿੱਚ ਦੇਖਣਾ ਹੈਗਾ ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਇਹ ਆਂਦਾ, ਜਿੱਥੋਂ ਜਿੱਥੋਂ ਲੱਗਦਾ ਵੀ ਸਵਾਲ ਪੁੱਛੇ ਜਾ ਸਕਦੇ ਨੇ ਉਸ ਟੌਪਿਕ ਨੂੰ ਆਪਾਂ ਨੇ ਅੱਜ ਕਲੀਅਰ ਕਰ ਲੈਣਾ ਹੈਗਾ। ਤਾਂ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਕਲਾਸ ਦੀ। ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਲਾਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂਗੇ। ਤਾਂ ਹੁਣ ਦੇਖੋ ਇਹਦੇ ਵਿੱਚ ਕੀ ਹੈਗਾ। ਪਹਿਲਾ ਟੌਪਿਕ ਹੈ MLA ਕੀ ਆਪਾਂ ਨੇ ਇਹ ਕਲੀਅਰ ਕਰਨਾ ਹੈਗਾ। ਤਾਂ ਇਹਦੇ ਵਿੱਚ ਦੇਖੋ MLA ਜਿਹੜਾ ਰਾਜ ਵਿਧਾਨ ਸਭਾ ਦੇ ਹੇਠਲੇ ਸਦਨ ਭਾਵ ਕਿ ਵਿਧਾਨ ਸਭਾ। ਆਪਾਂ ਨੇ ਕੱਲ ਦੀ ਕਲਾਸ ਦੇ ਵਿੱਚ ਦੇਖਿਆ ਸੀ, ਇੱਕ ਕੀ ਸੀਗਾ ਵਿਧਾਨ ਸਭਾ ਸੀ ਤੇ ਦੂਸਰਾ ਕੀ ਸੀਗਾ ਵਿਧਾਨ ਪ੍ਰੀਸ਼ਦ ਸੀ। ਵਿਧਾਨ ਪ੍ਰੀਸ਼ਦ ਇਹ ਆਪਾਂ ਨੇ ਕੱਲ ਦੀ ਕਲਾਸ ਦੇ ਵਿੱਚ ਵੇਖਿਆ ਸੀਗਾ। ਇਹ ਦੋਨੋਂ ਚੀਜ਼ਾਂ ਕੀ ਨੇਗੀਆਂ, ਵਿਧਾਨ ਪਾਲਿਕਾ ਜਿਹੜੀ ਸਟੇਟ ਦੀ ਵਿਧਾਨ ਪਾਲਿਕਾ ਹੁੰਦੀ ਹੈ ਉਹਦੇ ਇਹ ਕੀ ਨੇ ਅੰਗ ਨੇ, ਸਦਨ ਨੇ। ਆਪਾਂ ਇਹ ਕਹਿ ਸਕਦੇ ਹਾਂਗੇ ਇਹ ਕੀ ਨੇ ਵਿਧਾਨ ਪਾਲਿਕਾ ਦੇ ਸਦਨ ਨੇ, ਕਿਹੜੇ ਕਿਹੜੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ। ਹੁਣ ਦੇਖੋ ਜਿਹੜਾ MLA ਇਹਦੇ ਬਾਰੇ ਆਪਾਂ ਨੇ ਵੇਖਣਾ ਹੈਗਾ ਵਿਧਾਨ ਸਭਾ ਦੇ ਹੇਠਲੇ ਸਦਨ, ਮਤਲਬ ਕਿ ਵਿਧਾਨ ਸਭਾ ਦਾ ਹੇਠਲਾ ਸਦਨ ਕਿਹੜਾ ਹੈਗਾ, ਉਹਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ, MLA ਕਿਹਾ ਜਾਂਦਾ ਹੈਗਾ। ਇਹ ਮੈਂਬਰ ਨੇ ਜਿਹੜੇ ਉਹ ਕਿਸ ਤਰ੍ਹਾਂ ਚੁਣੇ ਜਾਂਦੇ ਨੇ, ਹੁਣ ਆਪਾਂ ਨੇ ਇਹ ਵੇਖਣਾ ਹੈਗਾ। ਪਹਿਲਾਂ MLA ਦੇਖ ਲਿਆ ਕੌਣ ਹੁੰਦੇ ਨੇਗੇ, ਵਿਧਾਨ ਸਭਾ ਦੇ ਇਹ ਮੈਂਬਰ ਹੁੰਦੇ ਨੇਗੇ। ਇਹ ਕਿਸ ਤਰ੍ਹਾਂ ਚੁਣੇ ਜਾਂਦੇ ਨੇ, ਸਿੱਧੇ ਲੋਕਾਂ ਦੇ ਦੁਆਰਾ ਚੁਣੇ ਜਾਂਦੇ ਨੇ ਬਾਲਗ ਮਤ ਅਧਿਕਾਰ ਦੇ ਨਾਲ। ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਖੇਤਰ ਕਿਹੜੇ ਹੁੰਦੇ ਨੇ, ਕਿਸ ਤਰ੍ਹਾਂ ਦੇ ਹੁੰਦੇ ਨੇ, ਮਤਲਬ ਕਿ ਇਸ ਨੂੰ ਕਿਸ ਤਰ੍ਹਾਂ ਵੰਡਿਆ ਜਾਂਦਾ ਹੈਗਾ। ਤਾਂ ਇਹਨਾਂ ਨੂੰ ਜਨਸੰਖਿਆ ਦੇ ਆਧਾਰ ਤੇ ਚੋਣ ਹਲਕਿਆਂ ਦੇ ਵਿੱਚ ਵੰਡਿਆ ਜਾਂਦਾ, ਤੇ ਉਸ ਤੋਂ ਬਾਅਦ ਅੱਗੇ ਦੇਖ ਲੈਂਦੇ ਹਾਂ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਘੱਟੋ ਘੱਟ 60 ਤੇ ਵੱਧ ਤੋਂ ਵੱਧ 500 ਹੋ ਸਕਦੀ ਹੈਗੀ। ਤਾਂ ਹੁਣ ਅੱਗੇ ਦੇਖ ਲੈਣੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ। ਕੱਲ ਦੀ ਕਲਾਸ ਪਰਸੋਂ ਦੇ ਵਿੱਚ ਇੱਕ ਸਵਾਲ ਵੀ ਸੀਗਾ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਕਿੰਨੇ ਨੇ, ਇਹਦਾ ਆਨਸਰ ਤੁਹਾਨੂੰ ਇੱਥੇ ਮਿਲ ਗਿਆ 117 ਹੁੰਦੇ ਨੇਗੇ। ਤੇ ਉਸ ਤੋਂ ਬਾਅਦ ਅੱਗੇ ਆਪਾਂ ਦੇਖਣਾ ਰਾਜ ਵਿਧਾਨ ਪਾਲਿਕਾ ਦੀਆਂ ਸ਼ਕਤੀਆਂ ਤੇ ਕੰਮ, ਕੀ ਕੀ ਕੰਮ ਕਰਦੀ ਜਿਹੜੀ ਵਿਧਾਨ ਪਾਲਿਕਾ ਹੈ। ਤਾਂ ਰਾਜ ਸੂਚੀ ਵਿੱਚ ਦਿੱਤੇ ਵਿਸ਼ਿਆਂ ਤੇ ਕਾਨੂੰਨ ਬਣਾਉਣਾ। ਹੁਣ ਜਿਹੜੀ ਵਿਧਾਨ ਪਾਲਿਕਾ ਹੈ, ਰਾਜ ਦੀ ਵਿਧਾਨ ਪਾਲਿਕਾ, ਉਹਦਾ ਕੰਮ ਕੀ ਹੁੰਦਾ, ਰਾਜ ਦੀ ਸੂਚੀ ਤੇ ਜਿਹੜੇ ਵਿਸ਼ੇ ਹੁੰਦੇ ਨੇ ਉਹਨਾਂ ਤੇ ਕਾਨੂੰਨ ਬਣਾਉਂਦੀ ਹੈ। ਰਾਜ ਸੂਚੀ ਜਿਹੜੀ ਉਹ ਆਪਾਂ ਨੇ ਕੱਲ ਦੀ ਕਲਾਸ ਵਿੱਚ ਡਿਟੇਲ ਦੇ ਵਿੱਚ ਪੜ੍ਹਿਆ ਸੀ, ਜੇਕਰ ਤੁਸੀਂ ਨੇ ਨਹੀਂ ਵੇਖੀ ਤਾਂ ਉਸ ਨੂੰ ਜ਼ਰੂਰ ਦੇਖੋ। ਤੇ ਉਸ ਤੋਂ ਬਾਅਦ ਹੈਗੇ ਵਿਧਾਨ ਪਾਲਿਕਾ ਦੇ ਮੈਂਬਰ ਵੱਖ-ਵੱਖ ਵਿਭਾਗਾਂ ਮੰਤਰੀਆਂ ਕੋਲੋਂ ਉਹਨਾਂ ਦੇ ਵਿਭਾਗਾਂ ਸੰਬੰਧੀ ਪ੍ਰਸ਼ਨ ਵੀ ਪੁੱਛ ਸਕਦੇ ਨੇ ਤੇ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਪ੍ਰੀਸ਼ਦ ਨੂੰ, ਠੀਕ ਹੈ। ਉਸ ਤੋਂ ਬਾਅਦ ਅੱਗੇ ਹੈਗਾ ਇਸ ਦੇ ਮੈਂਬਰ ਸਰਕਾਰ ਦੇ ਵਿਰੁੱਧ ਨਾ ਸਹਿਮਤੀ ਦਾ ਮਤਾ ਪਾਸ ਕਰ ਸਕਦੇ ਨੇ। ਕਿਹਦੇ ਮੈਂਬਰਾਂ ਦੀ ਗੱਲ ਹੋ ਰਹੀ ਹੈ, ਇਹ ਵਿਧਾਨ ਪਾਲਿਕਾ ਦੇ। ਵਿਧਾਨ ਪਾਲਿਕਾ ਦਾ ਮਤਲਬ ਇੱਥੇ ਦੋਨੋਂ ਸਾਧਨ ਹੋ ਗਏ, ਵਿਧਾਨ ਸਭਾ ਵੀ ਤੇ ਵਿਧਾਨ ਪ੍ਰੀਸ਼ਦ ਵੀ। ਤੇ ਉਸ ਤੋਂ ਬਾਅਦ ਅਗਲਾ ਜਿਹੜਾ ਵੈਰੀ ਇੰਪੋਰਟੈਂਟ ਟੌਪਿਕ ਹੈ ਉਹ ਆਪਾਂ ਪੜਾਂਗੇ ਰਾਜਪਾਲ। ਤਾਂ ਇਹਦੇ ਵਿੱਚ ਜਿਹੜੇ ਆਰਟੀਕਲ ਨੇ ਆਪਾਂ ਨੇ ਉਹ ਵੀ ਵੇਖਣੇ ਨੇ, ਕਿਸ ਆਰਟੀਕਲ ਦੇ ਵਿੱਚ ਕੀ ਆਉਂਦਾ ਹੈਗਾ। ਤਾਂ ਦੇਖੋ ਰਾਜਪਾਲ ਹੈ ਜਿਹੜਾ ਨਾ ਉਹ ਕੀ ਹੁੰਦਾ ਹੈਗਾ, ਕਾਰਜਕਾਰਨੀ, ਮਤਲਬ ਇੱਥੇ ਕਾਰਜਪਾਲਿਕਾ ਦੀ ਗੱਲ ਹੋ ਰਹੀ ਹੈ। ਜਿਹੜੀ ਕਾਰਜਪਾਲਿਕਾ ਹੈ ਨਾ ਉਹਦਾ ਮੁਖੀ ਹੁੰਦਾ ਹੈਗਾ ਕੌਣ, ਰਾਜਪਾਲ। ਹੁਣ ਜਿਹੜਾ ਰਾਜਪਾਲ ਹੈ ਉਹ ਇਸ ਦੇ ਹਿਸਾਬ ਨਾਲ ਕੀ ਹੋਇਆ, ਇੱਕ ਰਾਜ ਜਿਹੜਾ ਹੁਣ ਸਟੇਟ ਹੈ, ਜਿਵੇਂ ਕਿ ਆਪਣੇ ਪੰਜਾਬ ਇੱਕ ਸਟੇਟ ਹੈਗਾ। ਤਾਂ ਇਹਨਾਂ ਦੇ ਵਿੱਚ ਕੀ ਹੁੰਦਾ, ਅਲੱਗ-ਅਲੱਗ ਰਾਜਾਂ ਦੇ ਵਿੱਚ ਰਾਜਪਾਲ ਹੁੰਦੇ ਨੇਗੇ ਜਿਹੜੇ ਕਿ ਕਾਰਜਪਾਲਿਕਾ ਦੇ ਮੁਖੀ ਹੁੰਦੇ ਨੇ, ਮਤਲਬ ਕਿ ਰਾਜ ਦੇ ਮੁਖੀ ਹੁੰਦੇ ਨੇ, ਸਿੱਧੀ ਗੱਲ ਇਹ ਹੈ। ਤਾਂ ਕੀ ਇਹ ਆਰਟੀਕਲ ਹੈ ਜਿਹੜਾ 153। ਹੁਣ ਇੱਥੇ ਮੁੱਦੇ ਦੀ ਗੱਲ ਇਹ ਹੈ ਸਮਝਣ ਵਾਲੀ ਕਿ 153 ਆਰਟੀਕਲ ਕੀ ਕਹਿੰਦਾ ਹੈਗਾ। 153 ਆਰਟੀਕਲ ਦੇ ਵਿੱਚ ਕੀ ਹੈ, ਕਹਿੰਦੇ ਹਰੇਕ ਸਟੇਟ ਦਾ, ਹਰੇਕ ਰਾਜ ਦਾ ਇੱਕ ਰਾਜਪਾਲ ਹੋਊਗਾ। 153 ਆਰਟੀਕਲ ਨੂੰ ਯਾਦ ਰੱਖਣਾ ਹੈ। ਉਸ ਤੋਂ ਬਾਅਦ 154 ਆਰਟੀਕਲ, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਨਾ ਰਾਜਪਾਲ ਦੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਨੇ। 154 ਆਰਟੀਕਲ ਦੇ ਵਿੱਚ ਰਾਜਪਾਲ ਦੀਆਂ ਸ਼ਕਤੀਆਂ, ਮਤਲਬ ਕਿ ਰਾਜਪਾਲ ਕਿਹੜੇ ਕਿਹੜੇ ਕੰਮ ਕਰਦਾ ਹੈ, ਕਿੱਥੇ ਕਿੱਥੇ ਆਪਣੀਆਂ ਮਤਲਬ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ, ਇਹ ਸਾਰਾ ਕੁਝ ਹੈ ਜਿਹੜਾ ਉਹ 154 ਆਰਟੀਕਲ ਦੇ ਵਿੱਚ ਆਉਂਦਾ ਹੈ। ਤਾਂ ਇੱਥੇ ਇੱਕ ਗੱਲ ਧਿਆਨਯੋਗ ਇਹ ਵੀ ਹੈ ਕਿ ਰਾਜਪਾਲ ਹੈ ਨਾ ਜਿਹੜਾ ਉਹ ਇਕੱਲਾ ਸ਼ਕਤੀਆਂ ਦੀ ਵਰਤੋਂ ਨਹੀਂ ਕਰ ਸਕਦਾ, ਇਸ ਵਾਸਤੇ ਸਲਾਹ ਵੀ ਲੈਣੀ ਪਊਗੀ ਕਿਹਦੀ, ਪ੍ਰਧਾਨ ਮੰਤਰੀ ਦੀ, ਠੀਕ ਹੈ। ਤੇ ਉਸ ਤੋਂ ਬਾਅਦ ਅੱਗੇ ਆਪਾਂ ਦੇਖ ਲੈਂਦੇ ਹਾਂ ਅਗਲਾ ਟੌਪਿਕ
ਪਹਿਲੇ ਦੇ ਵਿੱਚ ਪੜਿਆ ਸੀ ਆਪਾਂ ਨੇ ਰਾਜ ਦਾ ਇੱਕ ਰਾਜਪਾਲ ਹੋਊਗਾ 153 ਆਰਟੀਕਲ। 154 ਦੇ ਵਿੱਚ ਕੀ ਪੜਿਆ, ਇਹਦੀਆਂ ਸ਼ਕਤੀਆਂ ਪੜ੍ਹ ਲੀਆਂ। ਹੁਣ 55 ਆਰਟੀਕਲ ਆ ਗਿਆ। 155 ਆਰਟੀਕਲ ਦੇ ਵਿੱਚ ਕੀ ਹੈ, ਇਹਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ, ਰਾਸ਼ਟਰਪਤੀ ਦੁਆਰਾ। 155 ਆਰਟੀਕਲ ਵੀ ਆਪਾਂ ਨੇ ਕਲੀਅਰ ਕਰ ਲਿਆ। ਤਾਂ ਇਹਦੇ ਵਿੱਚ ਜਿਹੜੀ ਰਾਸ਼ਟਰਪਤੀ ਨਿਯੁਕਤੀ ਕਰਦਾ ਹੈਗਾ ਤਾਂ ਉਹ ਇਕੱਲੇ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਕੀ ਕਰੂਗਾ, ਉਹ ਪ੍ਰਧਾਨ ਮੰਤਰੀ ਦੀ ਸਲਾਹ ਲਊਗਾ ਇੱਥੇ, ਠੀਕ ਹੈ। ਤੇ ਉਸ ਤੋਂ ਬਾਅਦ ਅੱਗੇ ਕਾਰਜਕਾਲ 156 ਆਰਟੀਕਲ ਦੇ ਵਿੱਚ ਆਪਾਂ ਨੇ ਆਰਟੀਕਲ 156 ਦੇ ਵਿੱਚ 5 ਸਾਲ ਇਹਦਾ ਕੀ ਹੈ ਕਾਰਜਕਾਲ ਹੈ ਜਿਹੜਾ ਉਹ ਦੱਸਿਆ ਗਿਆ। ਤਾਂ ਇੱਥੇ ਕੀ ਹੈ 5 ਸਾਲ ਮੈਕਸਿਮਮ ਦੱਸਤਾ। ਤਾਂ ਹੁਣ ਕੀ ਹੈ, ਜੇਕਰ ਮਤਲਬ ਕਿ ਇਹ ਰਾਜਪਾਲ ਹੈ ਨਾ ਜਿਹੜਾ, ਉਹ ਆਪਣੇ ਅਹੁਦੇ ਤੇ ਉਦੋਂ ਤੱਕ ਰਹਿ ਸਕਦਾ ਜਦੋਂ ਤੱਕ ਰਾਸ਼ਟਰਪਤੀ ਚਾਹੇ। ਰਾਸ਼ਟਰਪਤੀ ਜਦੋਂ ਵੀ ਚਾਹੇ ਇਹਨਾਂ ਤੋਂ ਅਸਤੀਫੇ ਦੀ ਮੰਗ ਕਰ ਸਕਦਾ ਹੈਗਾ। ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਜੱਜ ਇਹਨਾਂ ਨੂੰ ਕੀ ਕਰਦਾ, ਸਹੁੰ ਚੁਕਾਉਂਦਾ। ਤਾਂ ਇੱਥੋਂ ਸਵਾਲ ਨੇ ਜਿਹੜੇ ਉਹ ਸਿੱਧੇ ਪੁੱਛੇ ਜਾ ਸਕਦੇ ਨੇਗੇ। ਨਿਯੁਕਤੀ ਪੁੱਛੀ ਜਾ ਸਕਦੀ ਹੈ, ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ, ਰਾਸ਼ਟਰਪਤੀ ਕਰਦਾ ਹੈ। ਕਿੰਨੇ ਆਰਟੀਕਲ 'ਚ, 155 'ਚ। ਉਸ ਤੋਂ ਬਾਅਦ ਕਾਰਜਕਾਲ ਕਿੰਨੇ ਸਾਲ ਹੈ, 5 ਸਾਲ ਹੈ। ਕਿਹੜੇ ਆਰਟੀਕਲ 'ਚ, 156 'ਚ। ਉਸ ਤੋਂ ਬਾਅਦ ਹੈਗੇ ਹਾਈ ਕੋਰਟ ਦਾ ਮੁੱਖ ਜੱਜ ਕੀ ਕਰਦਾ, ਇਹਨਾਂ ਨੂੰ ਸਹੁੰ ਚੁਕਾਉਂਦਾ ਹੈਗਾ। ਸਹੁੰ ਕੌਣ ਚੁਕਾਉਂਦਾ ਹੈ, ਹਾਈ ਕੋਰਟ ਦਾ ਮੁੱਖ ਜੱਜ। ਉਸ ਤੋਂ ਬਾਅਦ ਅੱਗੇ ਆਪਾਂ ਨੇ ਯੋਗਤਾਵਾਂ ਦੇਖਣੀਆਂ ਨੇ। ਜੇਕਰ ਰਾਜਪਾਲ ਬਣਨਾ ਤਾਂ ਉਸ ਵਾਸਤੇ ਆਪਾਂ ਨੂੰ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ। ਰਾਜ ਦੇ ਰਾਜਪਾਲ ਦੀਆਂ ਯੋਗਤਾਵਾਂ ਨੂੰ ਦੇਖਣਾ ਹੈਗਾ। ਤਾਂ ਇਹਦੇ ਵਿੱਚ ਦੇਖੋ, ਰਾਜ ਭਾਰਤ ਦਾ ਕੀ ਹੈ, ਨਾਗਰਿਕ ਹੋਵੇ। ਪਹਿਲੀ ਕੰਡੀਸ਼ਨ ਇਹ ਹੈ ਕਿ ਉਹਦੇ ਕੋਲ ਭਾਰਤ ਦੀ ਨਾਗਰਿਕਤਾ ਹੋਣੀ ਜ਼ਰੂਰੀ ਹੈਗੀ। ਕੋਈ ਵੀ ਆ ਕੇ ਨਹੀਂ ਕਹਿ ਸਕਦਾ ਕਿ ਅਸੀਂ ਨੇ ਰਾਜਪਾਲ ਬਣਨਾ। ਤੇ ਉਸ ਤੋਂ ਬਾਅਦ ਅੱਗੇ ਹੈਗਾ, ਉਸ ਦੀ ਉਮਰ ਕਿੰਨੀ ਹੈ, 35 ਸਾਲ ਤੋਂ ਵੱਧ ਹੋਵੇ। ਇਹ ਗੱਲ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਹੈ। ਪੇਪਰ ਦੇ ਵਿੱਚ ਇੱਥੋਂ ਸਵਾਲ ਪੁੱਛੇ ਜਾਂਦੇ ਨੇਗੇ। ਤੇ ਉਸ ਤੋਂ ਬਾਅਦ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਠੀਕ ਹੋਵੇ। ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਕੀ ਹੈ, ਠੀਕ ਹੋਣਾ ਜ਼ਰੂਰੀ। ਤੇ ਉਸ ਤੋਂ ਬਾਅਦ ਅਗਲਾ ਪੁਆਇੰਟ ਦੇਖ ਲੈਂਦੇ ਆ, ਉਹ ਰਾਜ ਜਾਂ ਕੇਂਦਰੀ ਵਿਧਾਨ ਪਾਲਿਕਾ ਦੇ ਮੈਂਬਰ ਜਾਂ ਸਰਕਾਰੀ ਅਹੁਦੇ ਤੇ ਨਾ ਹੋਵੇ। ਮਤਲਬ ਇਹਨਾਂ ਸਾਰਿਆਂ ਦਾ ਉਹ ਮੈਂਬਰ ਨਹੀਂ ਹੋਣਾ ਚਾਹੀਦਾ, ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ। ਦੁਬਾਰਾ ਫਿਰ ਆਪਾਂ ਰਿਵਾਈਜ਼ ਕਰ ਲੈਂਦੇ ਆ। ਭਾਰਤ ਦਾ ਨਾਗਰਿਕ ਹੋਵੇ, ਉਮਰ 35 ਸਾਲ ਹੋਵੇ, ਕਿਸੇ ਵੀ ਬਿਮਾਰੀ ਤੋਂ ਪੀੜਤ ਨਾ ਹੋਵੇ ਮਾਨਸਿਕ ਜਾਂ ਸਰੀਰਕ ਤੌਰ ਤੇ। ਜੇਕਰ ਉਹ ਠੀਕ ਨਹੀਂ ਹੋਊਗਾ ਤਾਂ ਉਹ ਕੰਮ ਕਿਵੇਂ ਕਰੂਗਾ। ਜੇਕਰ ਠੀਕ ਹੋਊਗਾ ਤਾਂ ਹੀ ਉਹ ਸਾਰੇ ਕੰਮ ਸਹੀ ਢੰਗ ਨਾਲ ਕਰ ਸਕਦਾ ਹੈਗਾ। ਤੇ ਉਸ ਤੋਂ ਬਾਅਦ ਅੱਗੇ ਹੈਗੇ, ਉਹ ਰਾਜ ਜਾਂ ਕੇਂਦਰ ਵਿਧਾਨ ਪਾਲਿਕਾ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਹ ਕਿਸੇ ਸਰਕਾਰੀ ਅਹੁਦੇ ਤੇ ਹੋਵੇ। ਇਹ ਯੋਗਤਾਵਾਂ ਹੋਣੀਆਂ ਜ਼ਰੂਰੀ ਨੇ। ਤੇ ਉਸ ਤੋਂ ਬਾਅਦ ਅੱਗੇ ਆਪਾਂ ਇਹਦੀਆਂ ਸ਼ਕਤੀਆਂ ਦੀ ਗੱਲ ਕਰ ਲੈਂਦੇ ਹੈਗੇ। ਰਾਜਪਾਲ ਦੀਆਂ ਸ਼ਕਤੀਆਂ ਆਰਟੀਕਲ 154 ਆਪਾਂ ਨੇ ਪਹਿਲਾਂ ਹੀ ਦੇਖ ਲਿਆ ਸੀ ਇਹ। ਤਾਂ ਇੱਥੇ ਆਪਾਂ ਨੇ ਇਹਨੂੰ ਡਿਟੇਲ ਦੇ ਵਿੱਚ ਪੜ੍ਹਨਾ ਹੈਗਾ। ਰਾਜਪਾਲ ਕੀ ਹੈ, ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ। ਸੰਵਿਧਾਨਿਕ ਮੁਖੀ ਕੌਣ ਹੁੰਦਾ, ਰਾਜ ਦਾ ਰਾਜਪਾਲ। ਤੇ ਉਸ ਤੋਂ ਬਾਅਦ ਰਾਜਪਾਲ ਕੀ ਹੈ, ਪਹਿਲੇ ਸੈਸ਼ਨ ਨੂੰ ਸੰਬੋਧਿਤ ਕਰਦਾ। ਹੁਣ ਦੇਖੋ, ਜਦੋਂ ਵੋਟਾਂ ਪੈਂਦੀਆਂ ਨੇ, ਚੋਣਾਂ ਹੁੰਦੀਆਂ ਨੇ, ਤਾਂ ਉਹ ਕੀ ਕਰਦਾ ਹੈਗਾ, ਸੈਸ਼ਨ ਬੁਲਾਉਂਦਾ। ਜਿਵੇਂ ਕਿ ਲੋਕ ਸਭਾ ਦੇ ਵਿੱਚ ਹੁੰਦਾ, ਰਾਜ ਸਭਾ ਦੇ ਵਿੱਚ। ਜਦੋਂ ਉਹ ਆਪਾਂ ਅੱਗੇ ਪਾਰਲੀਮੈਂਟ ਪੜਾਂਗੇ ਉਦੋਂ ਇਹਨੂੰ ਨਾਲ ਰਿਲੇਟ ਕਰ ਲਾਂਗੇ, ਉਦੋਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗਾ। ਜੇਕਰ ਇੱਥੇ ਥੋੜਾ ਮੋਟਾ ਵੀ ਤੁਹਾਨੂੰ ਕੋਈ ਕਮੀ ਰਹਿ ਗਈ ਤਾਂ ਇੱਥੇ ਦੇਖੋ, ਵਿਧਾਨ ਪਾਲਿਕਾ ਦਾ ਸੈਸ਼ਨ ਬੁਲਾ ਵੀ ਸਕਦਾ ਤੇ ਭੰਗ ਵੀ ਕਰ ਸਕਦਾ। ਇੱਥੇ ਕੀ ਕਰ ਸਕਦਾ, ਇਹ ਵਿਧਾਨ ਪਾਲਿਕਾ ਦਾ ਮਤਲਬ ਵਿਧਾਨ ਪਾਲਿਕਾ ਦਾ ਇੱਕ ਗੱਲ ਇੱਥੇ ਉਹੀ ਹੋ ਰਹੀ ਹੈ, ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਵਾਲੀ, ਠੀਕ ਹੈ। ਜਿੱਥੇ ਵਿਧਾਨ ਪਾਲਿਕਾ ਲਿਖਿਆ ਆ ਗਿਆ ਤਾਂ ਇੱਥੇ ਤੁਸੀਂ ਨੇ ਇਹ ਸਮਝਣਾ ਕਿ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੀ ਗੱਲ ਕਰ ਰਹੇ ਇਹ। ਜਦੋਂ ਵੋਟਾਂ ਹੁੰਦੀਆਂ ਨੇ ਤਾਂ ਪਹਿਲਾ ਸੈਸ਼ਨ ਜਿਹੜਾ ਉਹ ਬੁਲਾਇਆ ਜਾਂਦਾ, ਤਾਂ ਉਹਦੇ ਵਿੱਚ ਰਾਜਪਾਲ ਦਾ ਭਾਸ਼ਣ ਹੋਊਗਾ। ਉਸ ਤੋਂ ਬਾਅਦ ਹੀ ਜਿਹੜਾ ਇਹ ਕਾਰਵਾਈ ਹੈ ਉਹ ਸਟਾਰਟ ਹੋਊਗੀ। ਤਾਂ ਪ੍ਰਸ਼ਨ ਹੈ ਜਿਹੜਾ ਇੱਥੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਸੈਸ਼ਨ ਦੀ ਰਾਜਪਾਲ ਦੁਆਰਾ ਪ੍ਰਧਾਨਗੀ ਕੀਤੀ ਜਾਂਦੀ ਹੈ। ਮਤਲਬ ਕਿ ਪੁੱਛ ਸਕਦੇ ਨੇ ਕਿ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਦੁਆਰਾ, ਜਾਂ ਪ੍ਰਧਾਨਗੀ ਆਪਾਂ ਕਹਿ ਸਕਦੇ ਸੰਬੋਧਿਤ, ਜਾਂ ਫਿਰ ਇਹਨੂੰ ਭਾਸ਼ਣ ਕੌਣ ਦਿੰਦਾ ਹੈ, ਤਾਂ ਆਪਾਂ ਕਹਾਂਗੇ ਰਾਜਪਾਲ। ਤੇ ਉਸ ਤੋਂ ਬਾਅਦ ਹੈਗੇ ਰਾਜਪਾਲ ਹੈ ਜਿਹੜਾ ਉਹ ਕੀ ਕਰਦਾ ਹੈ, ਵਿਧਾਨ ਪਾਲਿਕਾ ਦੁਆਰਾ ਪਾਸ ਕੀਤੇ ਸਾਰੇ ਬਿੱਲਾਂ ਨੂੰ ਪ੍ਰਵਾਨਗੀ ਦਿੰਦਾ ਹੈ। ਤਾਂ ਜਿਹੜੇ ਕੰਮ ਇੱਥੇ ਰਾਜਪਾਲ ਕਰ ਰਹੇ ਆ ਨਾ, ਉਹ ਸੈਂਟਰ ਦੇ ਵਿੱਚ ਰਾਸ਼ਟਰਪਤੀ ਕਰੂਗਾ। ਬਸ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਓ, ਤਾਂ ਫਿਰ ਕੀ ਹੈ, ਸਾਰਾ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋ ਜਾਊਗਾ। ਤੇ ਉਸ ਤੋਂ ਬਾਅਦ ਅੱਗੇ ਅਧਿਆਦੇਸ਼ ਜਾਰੀ ਕਰ ਸਕਦਾ। ਅਧਿਆਦੇਸ਼ ਜਾਰੀ ਕਰਨਾ ਮਤਲਬ ਕਿ ਬਿੱਲ ਹੈ ਜਿਹੜਾ ਕੋਈ ਉਹ ਦੋਨੋਂ ਸੈਸ਼ਨਾਂ ਦੇ ਵਿੱਚ ਪਾਸ ਨਹੀਂ ਹੋ ਰਿਹਾ, ਨਾ ਹੀ ਉਹ ਵਿਧਾਨ ਪਾਲਿਕਾ ਦੇ ਵਿੱਚ ਤੇ ਨਾ ਹੀ ਉਹ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੋਨਾਂ ਦੇ ਵਿੱਚ ਬਿੱਲ ਹੈ ਕੋਈ ਅਟਕਿਆ ਪਿਆ, ਤਾਂ ਉਹ ਕੀ ਕਰ ਸਕਦਾ, ਅਧਿਆਦੇਸ਼ ਜਾਰੀ ਕਰ ਸਕਦਾ। ਇਹਦਾ ਆਰਟੀਕਲ ਤੁਸੀਂ ਨੇ ਯਾਦ ਰੱਖਣਾ, ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ। ਆਰਟੀਕਲ ਕੀ ਹੈ, 213। ਤੇ ਉਸ ਤੋਂ ਬਾਅਦ ਬਜਟ
ਤਾਂ ਅੱਗੇ ਦੇਖ ਲੈਂਦੇ ਆ ਬਜਟ ਧਨ ਬਿੱਲ, ਮਤਲਬ ਕਿ ਪ੍ਰਵਾਨਗੀ ਦਿੰਦਾ ਧਨ ਬਿੱਲ ਦੀ ਇਹ। ਤੇ ਉਸ ਤੋਂ ਬਾਅਦ ਅੱਗੇ ਹੈਗੇ ਰਾਜ ਦੇ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਜਾਂ ਮਾਫ ਕਰ ਸਕਦਾ ਹੈ, ਪਰ ਮੌਤ ਦੀ ਸਜ਼ਾ ਨੂੰ ਮਾਫ ਨਹੀਂ ਕਰ ਸਕਦਾ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ। ਜਿਹੜੀ ਮੌਤ ਦੀ ਸਜ਼ਾ ਉਹ ਸਿਰਫ ਰਾਸ਼ਟਰਪਤੀ ਹੀ ਮਾਫ ਕਰ ਦੇਗਾ। ਫਾਂਸੀ ਦੀ ਸਜ਼ਾ ਲਗਾ ਲਓ। ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਾਰੇ ਆਪਾਂ ਨੇ ਦੇਖਣਾ, ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ। ਆਰਟੀਕਲ ਕਿੰਨੇ ਦੇ ਵਿੱਚ? 163 ਦੇ ਵਿੱਚ ਮੁੱਖ ਮੰਤਰੀ ਬਾਰੇ ਗੱਲ ਕਰਾਂਗੇ ਆਪਾਂ। ਤਾਂ ਕਿ ਇਹ ਰਾਜਪਾਲ ਮੰਤਰੀ ਅਤੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ। ਮੰਤਰੀ ਜਿੰਨੇ ਵੀ ਮੰਤਰੀ ਹੁੰਦੇ ਨੇ, ਕੈਬਨਿਟ ਮੰਤਰੀ, ਉਹਨਾਂ ਸਾਰਿਆਂ ਦੀ ਕੀ ਨਿਯੁਕਤੀ ਕੀਤੀ ਜਾਂਦੀ ਹੈ? ਰਾਜਪਾਲ ਦੁਆਰਾ ਮੁੱਖ ਮੰਤਰੀ ਦੀ ਨਿਯੁਕਤੀ। ਤਾਂ ਹੁਣ ਇੱਥੇ ਕੀ ਹੈ? ਮੁੱਖ ਮੰਤਰੀ ਮੰਤਰੀਆਂ ਦੀ ਸੂਚੀ ਤਿਆਰ ਕਰਦਾ ਹੈ। ਹੁਣ ਇੱਥੇ ਦੇਖੋ ਕੀ ਹੈ, ਪਹਿਲਾਂ ਕੀ ਹੈ, ਰਾਜਪਾਲ ਕੀ ਕਰ ਦਿੰਦਾ ਹੈ? ਮੁੱਖ ਮੰਤਰੀ ਨੂੰ ਨਿਯੁਕਤ ਕਰ ਦਿੰਦਾ ਹੈ। ਹੁਣ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਬਾਕੀ ਸਾਰੇ ਮੰਤਰੀਆਂ ਬਾਰੇ ਇੱਕ ਸੂਚੀ ਤਿਆਰ ਕਰੂਗਾ ਵੀ ਆਪਾਂ ਐਸਾ ਵਿਅਕਤੀ ਨੂੰ ਆਪਾਂ ਇਹ ਵਿਭਾਗ ਦੇ ਸਕਦੇ ਹਾਂ, ਇਸ ਤਰ੍ਹਾਂ ਇਹ ਸੂਚੀ ਤਿਆਰ ਕਰੂਗਾ। ਤਾਂ ਉਸ ਤੋਂ ਬਾਅਦ ਅੱਗੇ ਮੰਤਰੀ ਪ੍ਰੀਸ਼ਦ ਹੈ ਜਿਹੜੀ, ਇਹਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ ਦਾ ਹੁੰਦਾ ਹੈ। ਤੇ ਉਸ ਤੋਂ ਬਾਅਦ ਕਈ ਵਾਰ ਕੇਂਦਰ ਦੀ ਤਰ੍ਹਾਂ ਮੁੱਖ ਮੰਤਰੀ ਦੁਬਾਰਾ ਤਿਆਗ ਪੱਤਰ ਦੇਣ ਜਾਂ ਉਸ ਦੀ ਮੌਤ ਹੋ ਜਾਣ ਦੇ ਕਾਰਨ ਕੀ ਹੁੰਦਾ, ਮੰਤਰੀ ਪ੍ਰੀਸ਼ਦ ਹੈ ਜਿਹੜੀ ਉਹ ਭੰਗ ਵੀ ਹੋ ਸਕਦੀ ਹੈਗੀ। ਤਾਂ ਇੱਥੇ ਇਹ ਚੀਜ਼ ਧਿਆਨ ਦੇਣ ਯੋਗ ਹੈ, 5 ਸਾਲ ਤੋਂ ਪਹਿਲਾਂ ਵੀ ਕਈ ਵਾਰ ਇਹ ਭੰਗ ਹੋ ਸਕਦੀ ਹੈ। ਤਾਂ ਉਸ ਤੋਂ ਬਾਅਦ ਮੰਤਰੀ ਪ੍ਰੀਸ਼ਦ, ਕੈਬਨਿਟ ਮੰਤਰੀ, ਇਹਦੇ ਵਿੱਚ ਕਿਹੜੇ ਕਿਹੜੇ ਮੰਤਰੀ ਆ ਜਾਂਦੇ ਨੇ ਮੰਤਰੀ ਪ੍ਰੀਸ਼ਦ ਦੇ ਵਿੱਚ? ਦੇਖੋ ਮੰਤਰੀ ਪ੍ਰੀਸ਼ਦ ਕੀ ਹੁੰਦੀ ਹੈਗੀ, ਇਹ ਦੇਖੋ ਮੰਤਰੀ ਪ੍ਰੀਸ਼ਦ ਕੀ ਹੈ। ਇਹਦੇ ਵਿੱਚ ਕੈਬਨਿਟ ਮੰਤਰੀ ਆ ਜਾਂਦੇ ਨੇ, ਰਾਜ ਮੰਤਰੀ ਤੇ ਉਪ ਮੰਤਰੀ, ਇਹ ਸਾਰਿਆਂ ਨੂੰ ਮਿਲ ਕੇ ਕੀ ਬਣਦੀ ਹੈ? ਮੰਤਰੀ ਪ੍ਰੀਸ਼ਦ ਬਣਦੀ ਹੈ। ਇਹਦੇ ਵਿੱਚ ਅਲੱਗ-ਅਲੱਗ ਵਿਭਾਗ ਨੇ ਜਿਹੜੇ ਉਹ ਸੌਂਪੇ ਜਾਂਦੇ ਨੇ ਮੰਤਰੀਆਂ ਨੂੰ। ਤਾਂ ਹੁਣ ਅੱਗੇ ਦੇਖੋ ਅਗਲਾ ਟੌਪਿਕ, ਇਹਦੇ ਵਿੱਚ ਦੇਖੋ ਮੁੱਖ ਮੰਤਰੀ ਦੀਆਂ ਸ਼ਕਤੀਆਂ। ਹੁਣ ਮੁੱਖ ਮੰਤਰੀ ਕੀ ਕੀ ਕੰਮ ਕਰ ਸਕਦੇ ਆਪਾਂ ਨੇ ਇਹ ਵੇਖਣੇ ਨੇ। ਰਾਜਪਾਲ ਦੀ ਮਦਦ ਨਾਲ, ਹੁਣ ਰਾਜਪਾਲ ਦੀ ਮਦਦ ਨਾਲ ਇਹ ਕੀ ਕਰਦਾ ਹੈ? ਮੰਤਰੀਆਂ ਦੀ ਗਿਣਤੀ ਨਿਸ਼ਚਿਤ ਕਰਦਾ ਹੈ ਵੀ ਇਹ ਮਤਲਬ ਕੈਬਨਿਟ ਦੇ ਵਿੱਚ ਕਿੰਨੇ ਮੰਤਰੀ ਹੋਣੇ ਚਾਹੀਦੇ ਨੇ, ਰਾਜ ਮੰਤਰੀ ਕਿੰਨੇ ਹੋਣੇ ਚਾਹੀਦੇ ਨੇ, ਉਪ ਮੰਤਰੀ ਕਿਸ ਤਰ੍ਹਾਂ, ਇਸ ਤਰ੍ਹਾਂ ਇਹ ਕੀ ਕਰਦਾ ਹੈ? ਦੋਨੋਂ ਜਾਣੇ ਕੀ ਕਰਦੇ ਨੇ? ਇੱਕ ਦੂਸਰੇ ਦੀ ਹੈਲਪ ਕਰਦੇ ਨੇਗੇ। ਤੇ ਉਸ ਤੋਂ ਬਾਅਦ ਅੱਗੇ ਦੇਖ ਲੈਂਦੇ ਆ, ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਲੋੜ ਦੇ ਅਨੁਸਾਰ ਕਰਦਾ ਹੈ। ਉਪ ਮੰਤਰੀ ਵੀ ਨਿਯੁਕਤ ਕਰਦਾ, ਮਤਲਬ ਕਿ ਉਪ ਮੰਤਰੀ ਨੂੰ ਵੀ ਨਿਯੁਕਤ ਕਰਦਾ ਹੈਗਾ ਕੌਣ? ਮੁੱਖ ਮੰਤਰੀ। ਹੁਣ ਮੁੱਖ ਮੰਤਰੀ ਹੈ ਜਿਹੜਾ ਉਹ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਲੋੜ ਦੇ ਅਨੁਸਾਰ ਮੰਤਰੀਆਂ ਨੂੰ ਉਹਨਾਂ ਦੇ ਅਹੁਦਿਆਂ ਤੇ ਰੱਖਦਾ ਹੈਗਾ। ਜਿਵੇਂ ਕਿ ਆਪਾਂ ਇੱਥੇ ਕਹਿ ਸਕਦੇ ਹਾਂ ਸਿੱਖਿਆ ਵਿਭਾਗ ਦਾ ਅਲੱਗ ਮੰਤਰੀ ਹੋਊਗਾ, ਹਨਾ, ਜੰਗਲ ਮਹਿਕਮੇ ਦਾ ਅਲੱਗ, ਇਸ ਤਰ੍ਹਾਂ ਜਿੰਨੇ ਵੀ ਰਾਜ ਸੂਚੀ ਦੇ ਵਿਸ਼ੇ ਆਉਂਦੇ ਨੇ ਉਹਨਾਂ ਦੇ ਉੱਤੇ ਅਲੱਗ-ਅਲੱਗ ਮੰਤਰੀ ਨੇ ਜਿਹੜੇ ਉਹ ਹੁੰਦੇ ਨੇਗੇ, ਜਿਹੜੇ ਕਿ ਆਪਣੇ ਕਾਰੋਬਾਰ ਦਾ ਧਿਆਨ ਰੱਖਦੇ ਨੇ ਸਾਰੇ ਵਿਭਾਗ ਦਾ। ਤੇ ਉਸ ਤੋਂ ਬਾਅਦ ਅੱਗੇ ਦੇਖ ਲੈਂਦੇ ਹਾਂ ਰਾਜਪਾਲ ਸ਼ਕਤੀਆਂ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈਗਾ। ਰਾਜਪਾਲ ਹੈ ਜਿਹੜਾ, ਰਾਜਪਾਲ ਦੀਆਂ ਸ਼ਕਤੀਆਂ ਦੀ ਵਰਤੋਂ ਮੁੱਖ ਮੰਤਰੀ ਦੀ ਸਲਾਹ ਦੇ ਅਨੁਸਾਰ। ਹੁਣ ਦੇਖੋ ਆਪਾਂ ਨੇ ਉੱਥੇ ਹੀ ਪੜ੍ਹਿਆ ਸੀ, ਰਾਜਪਾਲ ਹੈ ਜਿਹੜਾ ਉਹ ਸ਼ਕਤੀਆਂ ਦੀ ਵਰਤੋਂ ਇਕੱਲਿਆਂ ਨਹੀਂ ਕਰ ਸਕਦਾ, ਉਹ ਕਿਹਦੀ ਹੈਲਪ ਦੇ ਨਾਲ ਕਰਦਾ ਹੈ? ਮੁੱਖ ਮੰਤਰੀ ਦੀ ਸਲਾਹ ਨਾਲ ਇਹਨਾਂ ਦੀ ਵਰਤੋਂ ਕਰਦਾ ਹੈਗਾ। ਕਿਸੇ ਵੀ ਮੰਤਰੀ ਕੋਲੋਂ ਅਸਤੀਫੇ ਦੀ ਮੰਗ ਕਰ ਸਕਦਾ ਹੈਗਾ ਅਤੇ ਮੰਤਰੀਆਂ ਦੇ ਵਿਭਾਗਾਂ ਦੀ ਤਬਦੀਲੀ ਕਰ ਸਕਦਾ ਹੈ। ਕੌਣ, ਕਿਹਦੇ ਬਾਰੇ ਗੱਲ ਹੋ ਰਹੀ ਹੈ? ਇਹ ਮੁੱਖ ਮੰਤਰੀ ਬਾਰੇ ਗੱਲ ਹੋ ਰਹੀ ਹੈਗੀ। ਮੁੱਖ ਮੰਤਰੀ ਜਿਹੜਾ ਉਹ ਇਹ ਚੀਜ਼ਾਂ ਸਾਰੀਆਂ। ਉਸ ਤੋਂ ਬਾਅਦ ਅੱਗੇ ਦੇਖੋ ਮੈਜੋਰਿਟੀ ਦਾ ਮਤਲਬ ਕੀ ਹੁੰਦਾ ਹੈ? ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਕੀ ਕਰਦੀ ਹੈ? ਸਰਕਾਰ ਬਣਾਉਂਦੀ ਹੈ। ਜਿਹੜੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਉਹਨਾਂ ਦੇ ਵਿੱਚੋਂ ਹੀ ਇੱਕ ਮੁੱਖ ਮੰਤਰੀ ਚੁਣਿਆ ਜਾਂਦਾ ਹੈਗਾ। ਓਪੋਜੀਸ਼ਨ ਕੀ ਹੁੰਦਾ? ਵਿਰੋਧੀ ਦਲ। ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਰੱਖਾਂਗੇ। ਆਪਾਂ ਨੇ ਮੁੱਖ ਮੰਤਰੀ ਬਾਰੇ ਪੜ੍ਹ ਲਿਆ। ਮੁੱਖ ਮੰਤਰੀ ਦਾ ਮੇਨ ਕੰਮ ਇਹੀ ਹੁੰਦਾ ਹੈ, ਜਿਹੜੇ ਮੰਤਰੀ ਹੁੰਦੇ ਨੇ ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ, ਇਹਨਾਂ ਸਾਰਿਆਂ ਦੀ ਗਿਣਤੀ ਨਿਸ਼ਚਿਤ ਕਰਨਾ ਤੇ ਇਹਨਾਂ ਨੂੰ ਅਲੱਗ-ਅਲੱਗ ਜਿਹੜੇ ਵਿਭਾਗ ਨੇ ਉਹ ਸੌਂਪਣੇ। ਇਹ ਮੁੱਖ ਕੰਮ ਇਹਨਾਂ ਦਾ ਹੁੰਦਾ। ਤੇ ਰਾਜਪਾਲ ਦੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਵੀ ਮੁੱਖ ਮੰਤਰੀ ਦੇ ਦੁਆਰਾ ਹੀ ਕੀਤੀ ਜਾਂਦੀ ਹੈਗੀ। ਤੇ ਉਸ ਤੋਂ ਬਾਅਦ ਰਾਜਪਾਲ ਦੀਆਂ ਸ਼ਕਤੀਆਂ ਵੀ ਆਪਾਂ ਨੇ ਦੇਖ ਲਈਆਂ। ਇਹ ਕੀ ਕਰਦੇ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਕਾਰਜ ਉਹ ਤੇ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ, ਅਧਿਆਦੇਸ਼ ਜਾਰੀ ਕਰਨਾ। ਇਹਦਾ ਆਰਟੀਕਲ ਪੁੱਛਿਆ ਜਾ ਸਕਦਾ ਹੈਗਾ। ਤੇ ਬਜਟ ਦੇ ਨੂੰ ਪ੍ਰਵਾਨਗੀ ਵੀ ਦਿੰਦਾ ਹੈਗਾ ਤੇ ਅਪਰਾਧੀ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੈ, ਘੱਟ ਕਰ ਸਕਦਾ ਹੈ। ਮਾਫ ਕਰਨ ਦਾ ਮਤਲਬ ਇੱਥੇ ਇਹ ਹੈ, ਫਾਂਸੀ ਦੀ ਸਜ਼ਾ ਨਾ ਜਿਹੜੀ ਉਹਨੂੰ ਨਹੀਂ ਮਾਫ ਕਰ ਸਕਦਾ। ਫਾਂਸੀ ਦੀ ਸਜ਼ਾ ਨੂੰ ਤਾਂ ਸਿਰਫ ਰਾਸ਼ਟਰਪਤੀ ਦੁਆਰਾ ਹੀ ਇਸ ਤਰ੍ਹਾਂ ਕੁਝ ਛੋਟਾਂ ਦਿੱਤੀਆਂ ਜਾ ਸਕਦੀਆਂ ਨੇ। ਤਾਂ ਇਹ ਆਰਟੀਕਲ ਹੈ ਜਿਹੜਾ ਸ਼ਕਤੀਆਂ ਬਾਰੇ 154 ਨੰਬਰ ਆਰਟੀਕਲ ਆਪਾਂ ਨੇ ਇਹ ਵੀ ਦੇਖ ਲਿਆ, ਇਹਦੀਆਂ ਯੋਗਤਾਵਾਂ ਵੀ ਦੇਖ ਲਈਆਂ। ਤੇ ਉਸ ਤੋਂ ਬਾਅਦ ਰਾਜਪਾਲ ਬਾਰੇ ਆਪਾਂ ਨੇ ਸਾਰੇ ਡਿਟੇਲ ਦੇ ਵਿੱਚ ਪੜ੍ਹ ਲਿਆ, ਜਿੱਥੋਂ ਲੱਗਦਾ ਵੀ ਕੁਐਸਚਨ ਬਣ ਸਕਦਾ ਹੈਗਾ।
ਤਾਂ ਇੱਕ ਵਾਰ ਆਪਾਂ ਸਿਲੇਬਸ ਥੋੜਾ ਜਿਹਾ ਹੋਰ ਦੇਖ ਲੈਂਦੇ ਆਂਗੇ। ਦੇਖੋ ਇਹ ਸਾਰੇ ਟੌਪਿਕ ਨੇ ਜਿਹੜੇ ਉਹ ਕਵਰ ਹੋ ਚੁੱਕੇ ਨੇਗੇ। ਜਿੱਥੋਂ ਜਿੱਥੋਂ ਲੱਗਦਾ ਆਪਾਂ ਨੂੰ ਵੀ ਸਵਾਲ ਬਣ ਸਕਦਾ ਉਹ ਸਾਰੇ ਡਿਟੇਲ ਦੇ ਵਿੱਚ ਆਪਾਂ ਨੇ ਡਿਸਕਸ ਕਰ ਲਿਆ। ਤੇ ਉਸ ਤੋਂ ਬਾਅਦ ਹੁਣ ਆਪਣਾ ਰਹਿ ਕੀ ਗਿਆ, ਇਹ ਕੀ ਹੈ, ਮੀਡੀਆ ਤੇ ਜੈਂਡਰ ਦੋਨਾਂ ਦੀ ਆਪਾਂ ਇੱਕ ਕਲਾਸ ਲੈ ਕੇ ਆਵਾਂਗੇ। ਇਹ ਕੀ ਨੇ ਮਤਲਬ ਕਿ ਜ਼ਿਆਦਾ ਇੰਪੋਰਟੈਂਟ ਨਹੀਂ ਕਹਿ ਸਕਦੇ ਵੀ, ਮਤਲਬ ਇਹਨਾਂ ਦੇ ਵਿੱਚੋਂ ਕੁਐਸਚਨ ਬਣਨ ਦੀ ਬਹੁਤ ਘੱਟ ਚਾਂਸ ਹੁੰਦੇ ਨੇਗੇ, ਤਾਂ ਵੀ ਫਿਰ ਵੀ ਆਪਾਂ ਥੋੜਾ ਜਿਹਾ ਮੋਟਾ ਡਿਸਕਸ ਕਰਾਂਗੇ। ਕਈ ਵਾਰ ਉਹ ਸਟੇਟਮੈਂਟਾਂ ਦੇ ਵਿੱਚ ਕੁਐਸਚਨ ਪੁੱਛ ਸਕਦੇ ਨੇ, ਤਾਂ ਦੋਨਾਂ ਦੀ ਆਪਾਂ ਇੱਕੋ ਹੀ ਕਲਾਸ ਲੈ ਕੇ ਆਵਾਂਗੇ। ਥੈਂਕ ਯੂ ਐਂਡ ਗੋਡ ਬਲੈਸ ਯੂ।